ਸਤਿ ਸ਼੍ਰੀ ਅਕਾਲ ਜੀ। ਜਿਵੇਂ ਜਿਵੇਂ ਲੋਕਾਂ ਨੂੰ ਸਿਆਸਤ ਦੀ ਕੁਝ ਸਮਝ ਆ ਰਹੀ ਹੈ, ਤਿਵੇਂ ਤਿਵੇਂ ਸਿਆਸੀ ਪਾਰਟੀਆਂ ਕੁਝ ਨਾ ਕੁਝ ਨਵੀਂ ਤਿਗੜਮਬਾਜ਼ੀ ਜਿਹੜੀ ਉਹ ਕਰਨ ਲੱਗੀਆਂ ਨੇ। ਚਾਹੇ ਸੂਬਿਆਂ ਦੀ ਸਿਆਸਤ ਹੈ, ਚਾਹੇ ਕੇਂਦਰ ਦੀ ਸਿਆਸਤ ਹੈ, ਤਾਂ ਕਿ ਜੇ ਲੋਕਾਂ ਨੂੰ ਇੱਕ ਚੀਜ਼ ਸਮਝ ਆਵੇ ਤੇ ਉਹਦੇ ਤੋਂ ਉਹਨੂੰ ਪਾਸੇ ਕਰਕੇ ਫਿਰ ਦੂਸਰੀ ਚੀਜ਼ ਜਿਹੜੀ ਆ ਉਹ ਸਾਹਮਣੇ ਲਿਆਣ ਦਿੱਤੀ ਜਾਵੇ। ਜੇ ਪੰਜਾਬ ਤੋਂ ਸ਼ੁਰੂ ਕਰੀਏ ਤਾਂ ਪੰਜਾਬ ਦੇ ਵਿੱਚ ਜਦੋਂ 17 ਦੇ ਵਿੱਚ ਸਰਕਾਰ ਬਣਦੀ ਆ ਨਵੀਂ, ਤਾਂ 16 ਚ ਲਾ ਲਓ 17 ਚ ਲਾ ਲਓ, ਤਾਂ ਉਦੋਂ ਜਿਹੜੀ ਸੀ ਇੱਕ ਪਰਸਨੈਲਿਟੀ ਦੇ ਉੱਤੇ ਆਧਾਰਿਤ ਸਿਆਸਤ ਜਿਹੜੀ ਉਹ ਲਿਆਂਦੀ ਗਈ। ਉਹ ਸਾਰੀਆਂ ਸਿਆਸੀ ਪਾਰਟੀਆਂ ਨੇ ਲਗਭਗ ਇੱਕੋ ਜਿਹਾ ਕੀਤਾ, ਪਰ ਜਿਹੜੀ ਸਿਆਸੀ ਪਾਰਟੀ ਜਿੱਤੀ ਉਹ ਕਿਉਂ ਜਿੱਤੀ ਕਿ ਉਹਨੇ ਉਸ ਚੀਜ਼ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰ ਲਿਆ। ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਕੈਪਟਨ ਨੇ ਸਹੁੰ ਚੁੱਕੀ, ਘਰ ਘਰ ਰਾਜਨੀਤੀ, ਘਰ ਘਰ ਨੌਕਰੀ ਪੱਕੀ। ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸਾਰੇ ਸਲੋਗਨ ਜਿਹੜੇ ਸੀ ਉਹ ਤੁਸੀਂ ਸੁਣੇ ਹੋਣਗੇ, ਜਿਹੜੇ ਉਹਨਾਂ ਦਿਨਾਂ ਦੇ ਵਿੱਚ ਬੜੇ ਪ੍ਰਚਲਿਤ ਹੋਏ। ਅੱਜ ਜਦੋਂ ਸਰਕਾਰ ਦਾ ਅਖੀਰਲਾ ਵਰ੍ਹਾ ਸ਼ੁਰੂ ਹੋ ਗਿਆ ਤੇ ਤੁਸੀਂ ਦੇਖੋ ਕਿ ਜਿਹੜਾ ਉਹ ਇਹ ਕਿਹਾ ਜਾ ਰਿਹਾ ਕਿ ਦੇਖੋ ਜੀ ਕੈਪਟਨ ਸਾਹਿਬ ਨੇ ਆਹ ਵੀ ਕੰਮ ਨਹੀਂ ਕੀਤਾ, ਕੈਪਟਨ ਸਾਹਿਬ ਨੇ ਆਹ ਕੰਮ ਨਹੀਂ ਕੀਤਾ। ਉਹ ਵਿਰੋਧੀ ਧਿਰਾਂ ਨਹੀਂ, ਸਰਕਾਰ ਦੇ ਵਿੱਚ ਜਿਹੜੇ ਲੋਕ ਸ਼ਾਮਲ ਨੇ ਉਹ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਨੇ ਕੋਈ ਕੰਮ ਜਿਹੜਾ ਉਹ ਸਿਰੇ ਨਹੀਂ ਲਾਇਆ, ਚਾਹੇ ਉਹ ਬੇਅਦਬੀ ਵਾਲਾ ਮਾਮਲਾ ਹੈ, ਚਾਹੇ ਉਹ ਨਸ਼ੇ ਵਾਲਾ ਮਾਮਲਾ ਹੈ, ਬਿਜਲੀ ਵਾਲਾ ਮਾਮਲਾ ਹੈ। ਦੇਖਿਆ ਜਾਵੇ ਜਿਹੜੇ ਹੁਣ ਲੋਕ ਨਾਲ ਸਰਕਾਰ ਦੇ ਵਿੱਚ ਸ਼ਾਮਲ ਰਹੇ ਮੰਤਰੀ, ਕਿਸੇ ਵੀ ਮੰਤਰਾਲੇ ਦੇ ਵਿੱਚ ਸਨ, ਉਹ ਬਰਾਬਰ ਦੇ ਜ਼ਿੰਮੇਵਾਰ ਨੇ। ਉਹਨਾਂ ਨੇ ਪਿਛਲੇ ਤਕਰੀਬਨ ਜੇ ਆਪਾਂ ਲਾ ਕੇ ਚੱਲੀਏ 4 ਸਾਲ, ਪਿਛਲੇ ਇਹ 2-3 ਮਹੀਨਿਆਂ ਤੋਂ ਜ਼ਿਆਦਾ ਉੱਠਿਆ, ਚਲੋ 6 ਮਹੀਨੇ ਲਾ ਲਓ, 6 ਮਹੀਨਿਆਂ ਤੋਂ ਗੁਬਗਲਾਟ ਜਿਹੜਾ ਬਣਨਾ ਸ਼ੁਰੂ ਹੋ ਗਿਆ ਸੀ। 4 ਸਾਲਾਂ ਦੇ ਦੌਰਾਨ ਕਦੀ ਤੁਸੀਂ ਇਹ ਸੁਣਿਆ ਕਿ ਕਿਸੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ, ਵਿਧਾਨ ਸਭਾ ਦੇ ਵਿੱਚ, ਵਿਧਾਨ ਸਭਾ ਦੇ ਤਾਂ ਸਮਾਗਮ ਵੀ ਬੜੇ ਥੋੜੇ ਜਿਹੇ ਰਹਿ ਗਏ, ਉਹਨਾਂ ਦੇ ਵਿੱਚ ਕਦੀ ਇਹਨਾਂ ਨੇ ਇਹ ਮੁੱਦੇ ਚੁੱਕੇ ਹੋਣ ਕਿ ਵੀ ਕੀ ਬਣ ਰਿਹਾ, ਸਾਡਾ ਅੱਗੋਂ ਸਮਾਂ ਬੀਤਦਾ ਤੁਰਿਆ ਜਾਂਦਾ, ਅਸੀਂ ਇਹਨਾਂ ਮਾਮਲਿਆਂ ਦੇ ਉੱਤੇ ਕਿਉਂ ਨਹੀਂ ਇਨਸਾਫ ਦਿੱਤਾ, ਜਿਹੜੇ ਵਾਅਦੇ ਕੀਤੇ ਸੀਗੇ ਉਹ ਪੂਰੇ ਕਿਉਂ ਨਹੀਂ ਕੀਤੇ। ਨਹੀਂ ਕੀਤਾ ਕਦੀ ਵੀ, ਉਹ ਚੱਲਣ ਦਿੱਤਾ। ਹੁਣ ਜਿਹੜਾ ਵੀ ਮਤਲਬ ਕਿ ਵੀ ਜੇ ਬਲੀ ਦੇਣੀ ਪਈ ਤੇ ਇੱਕ ਬੰਦੇ ਦੀ ਸਿਆਸੀ ਬਲੀ ਜਿਹੜੀ ਉਹ ਦਿੱਤੀ ਜਾ ਸਕਦੀ ਹੈ। ਵੀ ਅਸੀਂ ਤਾਂ ਦੇਖੋ ਜੀ ਕਰਾਉਣਾ ਚਾਹੁੰਦੇ ਸੀ, ਹੁਣ ਇੱਕ ਬੰਦੇ ਨੇ ਨਹੀਂ ਕੀਤਾ ਜਿਹਦੇ ਸਿਰ ਦੇ ਉੱਤੇ ਚੋਣਾਂ ਜਿੱਤੀਆਂ, ਉਹਦੇ ਤੋਂ ਕੈਪਟਨ ਸਾਹਿਬ ਵੀ ਇਨਕਾਰੀ ਨਹੀਂ ਹੋ ਸਕਦੇ ਕਿ ਉਹਨਾਂ ਨੇ ਆਪਣੀ ਪਰਸਨੈਲਿਟੀ ਦੇ ਉੱਤੇ ਇਹ ਚੋਣਾਂ ਜਿਹੜੀਆਂ ਸੀ ਉਹ ਲੜੀਆਂ। ਇਹ ਤੁਸੀਂ ਕਹ ਲਓ ਕਿ ਪੀਕੇ ਹੋਰਾਂ ਦੀ ਹੋਊਗੀ ਇੱਕ ਸਟ੍ਰੈਟਜੀ ਕਿ ਇੱਕ ਪਰਸਨੈਲਿਟੀ ਜਿਹੜੀ ਆ ਉਹਨੂੰ ਬਹੁਤ ਜ਼ਿਆਦਾ ਜਿਹੜਾ ਉਹ ਪ੍ਰਚਾਰ ਦਿਓ, ਕਿਉਂਕਿ ਜਦੋਂ ਪੀਕੇ ਹੋਰਾਂ ਦਾ ਨਾਮ ਆਉਂਦਾ ਫਿਰ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਪਰਸਨੈਲਿਟੀਜ਼ ਮੂਹਰੇ ਹੋਈਆਂ ਉੱਥੇ ਉੱਥੇ ਉਹਨਾਂ ਦੀ ਜਿਹੜੇ ਇਹ ਚੋਣਾਂ ਦੇ ਬਾਰੇ ਦੇ ਵਿੱਚ ਸਟ੍ਰੈਟਜੀਜ਼ ਸੀਗੀਆਂ ਉਹ ਉਹਨਾਂ ਦੀਆਂ ਹੀ ਰਹੀਆਂ। ਮੈਂ ਗੱਲ ਪਿਛਲੀ ਵੀਡੀਓ ਦੇ ਵਿੱਚ ਵੀ ਕੀਤੀ ਸੀਗੀ ਕਿ ਜਿਹੜੀ ਇੱਕ ਸਟ੍ਰੈਟਜੀ ਬਣਾਈ ਜਾ ਰਹੀ ਆ RSS ਦੇ ਵੱਲੋਂ, ਜਿਹੜਾ ਸੰਘ ਪਰਿਵਾਰ ਹੈ ਉਹ ਸਲਾਹ ਦਿੰਦਾ ਭਾਰਤੀ ਜਨਤਾ ਪਾਰਟੀ ਨੂੰ, ਉਹ ਕਹਿੰਦਾ ਕਿ ਮੈਂ ਆਹ ਸਲਾਹ ਦੇ ਦਿੱਤੀ, ਹੁਣ ਤੁਸੀਂ ਇਸ ਸਲਾਹ ਨੂੰ ਭਾਰਤੀ ਜਨਤਾ ਪਾਰਟੀ ਮੰਨੇ ਜਾਂ ਨਾ ਮੰਨੇ। ਨਾ ਮੰਨੇ ਵਾਲੀ ਗੱਲ ਹੁੰਦੀ ਨਹੀਂ ਵੈਸੇ, ਕਿਉਂਕਿ RSS ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਆਗੂ ਵਿਗਾੜ ਕੇ ਚੱਲ ਨਹੀਂ ਸਕਦਾ ਬਹੁਤੀ ਦੇਰ, ਕਿਉਂਕਿ ਪਾਲਿਸੀ ਮੇਕਰ ਹਰੇਕ ਚੀਜ਼ ਦੇ ਉਹੀ ਨੇ। ਕਿਵੇਂ ਚੱਲਣਾ ਉਹਨਾਂ ਦੇ ਕਿਹਾ ਜਾਂਦਾ ਕਿ ਇੰਨੇ ਜ਼ਿਆਦਾ ਮੈਂਬਰ ਨੇ ਜਿਹੜੇ ਕਿ ਇਹੋ ਜਿਹੀਆਂ ਪਾਲਿਸੀਜ਼ ਘੜਦੇ ਰਹਿੰਦੇ ਨੇ, ਆਹ ਹੋਵੇ ਉਹ ਅੱਗੇ ਫਿਰ ਉਹਨੂੰ ਦਿੰਦੇ ਨੇ, ਜਿਹੜੇ ਉੱਪਰ ਬੈਠੇ ਨੇ ਫਿਰ ਉਹ ਭਾਰਤੀ ਜਨਤਾ ਪਾਰਟੀ ਕੋਲੇ ਪੁੱਜਦਾ ਕਰਦੇ ਨੇ। ਸਭ ਨੂੰ ਪਤਾ ਹੈ ਕਿ ਮਾਈ ਬਾਪ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਉਹ RSS ਹੈ। ਪਿਛਲੇ ਦਿਨਾਂ ਤੋਂ ਜਿਹੜੀਆਂ ਮੀਟਿੰਗਸ ਹੋਈਆਂ ਤੇ ਮੀਟਿੰਗ ਤੋਂ ਬਾਅਦ ਜਿਹੜੀਆਂ ਸਾਹਮਣੇ ਆਈਆਂ ਚੀਜ਼ਾਂ, ਉਹਦੇ ਵਿੱਚ ਅਹਿਮ ਗੱਲ ਇਹ ਸੀ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹੋਣ ਵਾਲੀਆਂ ਚੋਣਾਂ ਜਿਹੜੀਆਂ ਉਹ ਬਹੁਤ ਅਹਿਮ ਨੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ। ਉਹ ਕਈ ਪੱਖਾਂ ਤੋਂ ਅਹਿਮ ਨੇ। ਇੱਕ ਤਾਂ ਇਸ ਪੱਖ ਤੋਂ ਕਿ ਉੱਤਰ ਪ੍ਰਦੇਸ਼ ਬਹੁਤ ਵੱਡਾ ਸੂਬਾ, ਉੱਥੇ ਜਿਹੜਾ ਸੀ ਉਹ ਵੋਟ ਪੋਲਰਾਈਜ਼ ਕਰਕੇ ਉਹਨਾਂ ਨੇ ਸੁਪਰ ਮੈਜੋਰਿਟੀ ਜਿਹੜੀ ਸੀ ਉਹ ਪਿਛਲੀ ਵਾਰ ਹਾਸਲ ਕੀਤੀ। ਤੇ ਜਿਹੜੀਆਂ ਉੱਥੇ ਦੀਆਂ ਪਾਰਟੀਆਂ ਸੀ, ਸਿਆਸੀ ਪਾਰਟੀਆਂ,
ਈਵਨ ਬਹੁਜਨ ਸਮਾਜ ਪਾਰਟੀ ਵਰਗੀ ਪਾਰਟੀ ਤਾਂ ਹਾਸ਼ੀਏ ਤੇ ਚਲੇਗੀ। ਸਮਾਜਵਾਦੀ ਪਾਰਟੀ ਉੱਥੇ ਜ਼ਰੂਰ ਹੈਗੀ ਆ, ਪਰ ਉਹ ਇੰਨੀ ਸਟਰੋਂਗ ਨਹੀਂ ਜਿਹੜਾ ਉਹ ਰਹੀ ਉਹਨਾਂ ਚੋਣਾਂ ਦੇ ਵਿੱਚ। ਹੁਣ ਜਿਹੜੀ ਸਟ੍ਰੈਟਜੀ ਬਣਾਈ ਗਈ ਉਹਦੇ ਵਿੱਚ ਇਹ ਆਖਿਆ ਗਿਆ ਕਿ ਜੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਨਾਮ ਅਗਲੀਆਂ 5 ਰਾਜਾਂ ਦੀਆਂ ਚੋਣਾਂ ਦੇ ਵਿੱਚ ਨਹੀਂ ਵਰਤਿਆ ਜਾਊਗਾ। ਇਹ ਉਹਨਾਂ ਨੇ ਕਿਹਾ ਕਿ ਸਲਾਹ ਦਿੰਦੀ ਆ RSS, ਸੰਘ ਪਰਿਵਾਰ ਇਹ ਸਲਾਹ ਦਿੰਦਾ ਭਾਰਤੀ ਜਨਤਾ ਪਾਰਟੀ ਨੂੰ। ਇਹਦੇ ਵਿੱਚ ਇੱਕ ਇਹ ਵੀ ਕਰ ਲਿਆ ਗਿਆ ਕਿ ਇਹ ਆਖਿਆ ਗਿਆ ਕਿ ਯੋਗੀ ਆਦਿੱਤਿਆਨਾਥ ਦੀ ਅਗਵਾਈ ਦੇ ਵਿੱਚ ਹੀ ਇਹ ਚੋਣਾਂ ਲੜੀਆਂ ਜਾਣਗੀਆਂ, ਉੱਤਰ ਪ੍ਰਦੇਸ਼ ਵਾਲੀਆਂ ਹੋਣੀਆਂ ਤਾਂ ਉੱਤਰਾਖੰਡ ਦੇ ਵਿੱਚ ਵੀ ਆ, ਪੰਜਾਬ ਵੀ ਉਹਨਾਂ ਚੋਣਾਂ ਦੇ ਵਿੱਚੋਂ ਇੱਕ ਹੈ ਜਿੱਥੇ ਚੋਣਾਂ ਹੋਣੀਆਂ ਨੇ। ਪਰ ਜਦੋਂ ਗੱਲ ਹੁੰਦੀ ਹੈ ਸੈਂਟਰ ਦੇ ਵਿੱਚ ਤਾਂ ਉਦੋਂ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਨੇ ਕਿਹੜੇ ਸੂਬੇ ਤੋਂ ਉਹਨੂੰ ਵੇਖ ਕੇ ਬਹੁਤੀ ਹੁੰਦੀ ਆ। ਪੰਜਾਬ ਦੀਆਂ ਸਿਰਫ 13 ਲੋਕ ਸਭਾ ਦੀਆਂ ਸੀਟਾਂ ਨੇ। ਇਹ ਪੰਜਾਬੀ ਸੂਬੀ ਬਣਾਉਣ ਵਾਲਿਆਂ ਨੂੰ ਪਤਾ ਹੋਊਗਾ ਕਿ ਉਹਨਾਂ ਨੇ ਜਿਹੜੀ ਕੋਈ ਪਾਵਰ ਹੋ ਸਕਦੀ ਸੀ ਜਦੋਂ ਜੇ ਇਕੱਠੇ ਰਹਿੰਦੇ ਸੂਬੇ, ਤੇ ਉਹ ਕਿਉਂ ਤੋੜਿਆ। ਉਹ ਸਭ ਨੂੰ ਪਤਾ ਉਹਦੇ ਵਿੱਚ ਉਹਨਾਂ ਦੇ ਨਿੱਜੀ ਹਿੱਤ ਸਨ, ਉਹਨਾਂ ਦੇ ਸੂਬਿਆਂ ਦਾ ਹਿੱਤ ਤੱਕ ਤੇ ਰੱਖਿਆ ਹੀ ਨਹੀਂ ਗਿਆ। ਜਦੋਂ ਜਿਹੜਾ ਹੁਣ ਇਹ ਬਣਾਈ ਗਈ ਸਟ੍ਰੈਟਜੀ ਕਿ ਇਹਦੇ ਵਿੱਚ ਯੋਗੀ ਆਦਿੱਤਿਆਨਾਥ ਹੋਰਾਂ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣਗੀਆਂ, ਤਾਂ ਇਹ ਸਵਾਲ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਕੀ ਮੋਦੀ ਯੁੱਗ ਜਿਹੜਾ ਹੈ ਸੈਂਟਰ ਦੇ ਵਿੱਚ ਉਹਦਾ ਉਹ ਅੰਤ ਵੱਲ ਨੂੰ ਤੁਰ ਪਿਆ ਹੈ। ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਹੋਰਾਂ ਨੇ ਉੱਥੇ ਇਨਵੋਲਵਮੈਂਟ ਕੀਤੀ, ਜਿੰਨੀਆਂ ਰੈਲੀਆਂ ਉਹਨਾਂ ਨੇ ਕੀਤੀਆਂ, ਜਿਵੇਂ ਡਾਇਰੈਕਟ ਕੌਨਫਲਿਕਟ ਜਿਹੜਾ ਸੀਗਾ ਉਹਨਾਂ ਦਾ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਹੁਣ ਜਿਹੜੇ ਦੁਬਾਰਾ ਫਿਰ ਮੁੱਖ ਮੰਤਰੀ ਬਣ ਗਏ, ਤੀਜੀ ਵਾਰੀ ਮੁੱਖ ਮੰਤਰੀ ਬਣ ਗਏ, ਮਮਤਾ ਬੈਨਰਜੀ ਦੇ ਨਾਲ ਹੋ ਗਿਆ। ਉਹ ਜਿਹੜਾ ਕੌਨਫਲਿਕਟ ਸੀਗਾ ਔਰ ਜਿਵੇਂ ਜੋ ਕੁਝ ਪ੍ਰਚਾਰਿਆ ਗਿਆ ਉੱਥੇ ਕਿ ਉਹ ਤਾਂ ਹਾਰ ਗਈ ਚੋਣ, ਉਹ ਤਾਂ ਸਿਰਫ ਨਤੀਜੇ ਦੀ ਉਡੀਕ ਹੈ, ਉਹਨੇ ਤਾਂ ਪੱਛਮੀ ਬੰਗਾਲ 'ਚ ਰਹਿਣਾ ਹੀ ਨਹੀਂ, ਉਹਨੇ ਪੱਛਮੀ ਬੰਗਾਲ ਛੱਡ ਕੇ ਭੱਜ ਜਾਣਾ, ਉਹਨਾਂ ਨੂੰ ਤਾਂ 100 ਸੀਟਾਂ ਵੀ ਨਹੀਂ ਆਉਣੀਆਂ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪ੍ਰਚਾਰੀਆਂ ਗਈਆਂ, ਹੋਇਆ ਉਹਨਾਂ 'ਚੋਂ ਕੱਖ ਨਹੀਂ। ਜਿਹੜਾ ਉਹ ਕੌਨਫਲਿਕਟ ਸੀਗਾ ਜਿਹੜਾ ਡਾਇਰੈਕਟ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਹੋਇਆ, ਸੰਘ ਪਰਿਵਾਰ ਸ਼ਾਇਦ ਕਿਤੇ ਨਾ ਕਿਤੇ ਸਮਝਦਾ ਕਿ ਉਹਦੇ ਵਿੱਚੋਂ ਮੁਲਕ ਦੇ ਵਿੱਚ ਇੱਕ ਲੀਡਰ ਵੱਡਾ ਜਿਹੜਾ ਉਹ ਉੱਭਰ ਆਇਆ, ਉਹ ਮਮਤਾ ਬੈਨਰਜੀ ਦੇ ਰੂਪ ਦੇ ਵਿੱਚ ਹੈ। ਲੋਕ ਇਹ ਗੱਲ ਕਰਨ ਲੱਗੇ ਕਿ ਜੇ ਜਿਹੜੀਆਂ ਵੱਖ-ਵੱਖ ਵਿਰੋਧੀ ਧਿਰਾਂ ਨੇ ਉਹ ਇਕੱਠੀਆਂ ਹੋ ਜਾਣ ਤੇ ਮਮਤਾ ਬੈਨਰਜੀ ਹੋਰਾਂ ਨੂੰ ਨਾਲ ਲਾ ਲਿਆ ਜਾਵੇ ਤਾਂ ਬਦਲਾਅ ਵੱਲ ਨੂੰ ਮੁਲਕ ਵੱਧ ਸਕਦਾ। ਇਹ ਗੱਲ ਹੋਣ ਲੱਗੀ ਨਾ, ਇਹ ਗੱਲ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਤੇ ਸੰਘ ਪਰਿਵਾਰ ਨੂੰ ਅਖੜ ਰਹੀ ਆ ਕਿ ਜੇ ਉੱਥੇ ਮੁਕਾਬਲਾ ਜਿਹੜਾ ਸੀਗਾ ਉਹ ਇੱਦਾਂ ਡਾਇਰੈਕਟਲੀ ਜਾਂ ਕੌਨਫਲਿਕਟ ਵਾਲਾ ਨਾ ਹੁੰਦਾ ਤੇ ਸ਼ਾਇਦ ਮਮਤਾ ਬੈਨਰਜੀ ਹੋਰੀ ਨਾ ਉੱਭਰ ਸਕਦੇ। ਹੁਣ ਜਿਹੜਾ ਉੱਤਰ ਪ੍ਰਦੇਸ਼ ਦੀਆਂ ਚੋਣਾਂ ਨੇ ਉਹਦੇ ਵਿੱਚ ਯੋਗੀ ਹੋਰਾਂ ਨੂੰ ਮੋਹਰੇ ਕਰਨ ਦੀ ਗੱਲ ਆਖੀ ਗਈ ਆ। ਇਹ ਜ਼ਰੂਰੀ ਨਹੀਂਗਾ ਕਿ ਜੋ ਸੰਘ ਪਰਿਵਾਰ ਕਹਿ ਰਿਹਾ ਉਹ ਉਸੇ ਤਰੀਕੇ ਦੇ ਨਾਲ ਹੋਣਾ ਤੇ ਭਾਰਤੀ ਜਨਤਾ ਪਾਰਟੀ ਨੇ ਕਹਿਣਾ ਠੀਕ ਹੈ ਜੀ ਨਰਿੰਦਰ ਮੋਦੀ ਹੋਰੀ ਉੱਥੇ ਚੋਣ ਪ੍ਰਚਾਰ ਨਹੀਂ ਕਰਨਗੇ ਜਾਂ 5 ਰਾਜਾਂ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨਗੇ। ਇਹ ਇੱਕ ਸਟ੍ਰੈਟਜੀ ਹੋ ਸਕਦੀ ਆ ਕਿਉਂਕਿ ਉਹ ਸਟ੍ਰੈਟਜੀ ਮੇਕਰ ਨੇ ਜਿਹੜੇ ਸੰਘ ਵਾਲੇ। ਉਹ ਹੋ ਸਕਦਾ ਹੈ ਕਿ ਉਹ ਜਿਹੜੀਆਂ ਉੱਥੇ ਧਿਰਾਂ ਨੇ, ਖਾਸ ਤੌਰ ਦੇ ਉੱਤੇ ਸਮਾਜਵਾਦੀ ਪਾਰਟੀ, ਕਿਉਂਕਿ ਉੱਥੇ ਮੁਕਾਬਲਾ ਜਿਹੜਾ ਇਹ ਸਭ ਨੂੰ ਪਤਾ ਹੈ ਸਮਾਜਵਾਦੀ ਪਾਰਟੀ ਦੇ ਨਾਲ ਹੋਣਾ ਡਾਇਰੈਕਟਲੀ, ਜਿਹੜਾ ਅਖਿਲੇਸ਼ ਯਾਦਵ ਹੋਰਾਂ ਦੇ ਨਾਲ ਹੋਣਾ ਉੱਥੇ ਮੁਕਾਬਲਾ। ਬਹੁਜਨ ਸਮਾਜ ਪਾਰਟੀ ਕਿਤੇ ਪਾਣੀ ਹਾਰ ਨਹੀਂ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਇਹ ਸਭ ਨੂੰ ਪਤਾ। ਕਾਂਗਰਸ ਕੀ ਕਰਦੀ ਹੈ, ਕਾਂਗਰਸ ਇੰਡੀਪੈਂਡੈਂਟ ਲੜਦੀ ਹੈ, ਸਮਾਜਵਾਦੀ ਪਾਰਟੀ ਦੇ ਨਾਲ ਜਾਂਦੀ ਹੈ। ਇਹ ਅਜੇ ਸਮਾਂ ਪਿਆ, ਸ਼ਾਇਦ ਉੱਥੋਂ ਪਤਾ ਲੱਗੂਗਾ। ਕਾਂਗਰਸ ਆਪਣੇ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੇ ਵਿੱਚ ਕੋਈ ਬਹੁਤ ਵੱਡੀ ਮੱਲ ਨਹੀਂ ਮਾਰ ਸਕਦੀ, ਉਹ ਉੱਤਰ ਪ੍ਰਦੇਸ਼ ਦੇ ਵਿੱਚ ਮੁਕਾਬਲਾ ਨਹੀਂ ਕਰ ਸਕਦੀ, ਇਹ ਸਭ ਨੂੰ ਪਤਾ। ਸਮਾਜਵਾਦੀ ਪਾਰਟੀ ਉੱਥੇ ਵੱਡੀ ਧਿਰ ਹੈ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪੱਛਮੀ ਬੰਗਾਲ ਵਾਂਗੂ ਉੱਤਰ ਪ੍ਰਦੇਸ਼ ਦੀ ਚੋਣ ਲੜਦੇ ਆ ਤਾਂ ਇਹਦੇ ਵਿੱਚ ਸ਼ਾਇਦ ਸੰਘ ਪਰਿਵਾਰ ਨੂੰ ਇਹ ਲੱਗੂਗਾ ਕਿ ਉੱਥੇ ਜਿਹੜੇ ਯੋਗੀ ਹੋਰੀ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਅਖਿਲੇਸ਼ ਯਾਦਵ ਦੇ ਨਾਲ ਡਾਇਰੈਕਟ ਕੌਨਫਲਿਕਟ ਹੋਊਗਾ, ਕਿਉਂਕਿ ਉਹੀ ਨੇਤਾ ਨੇ, ਉਹਨਾਂ ਦੇ ਨਾਲ ਹੀ ਮੁਕਾਬਲਾ ਹੋਣਾ ਭਾਰਤੀ ਜਨਤਾ ਪਾਰਟੀ ਦਾ। ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਕਿਤੇ ਅਖਿਲੇਸ਼ ਯਾਦਵ ਯੰਗ ਨੇ, ਅਗਰੈਸਿਵ ਨੇ, ਚੰਗੇ ਬੁਲਾਰੇ ਨੇ, ਲੋਕਾਂ ਦੇ ਵਿੱਚ ਪੈਂਠ ਵੀ ਹੈਗੀ ਆ ਉਹਨਾਂ ਦੀ, ਕਿਤੇ ਉਹ ਅਸੀਂ ਇੱਕ ਹੋਰ ਨੇਤਾ ਨਾਲ
ਖੜਾ ਕਰ ਲਈਏ ਕਿ ਉਹਦੇ ਨਾਲ ਇਹ ਹੋਵੇ ਕਿ ਇੱਕ ਤਾਂ ਉਧਰ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਹੋਰੀ ਖੜੇ ਕਰ ਲਏ, ਇਧਰ ਤੁਸੀਂ ਅਖਿਲੇਸ਼ ਯਾਦਵ ਹੋਰੀ ਜਿਹੜਾ ਉਹ ਖੜਾ ਕਰ ਲਓ ਵੀ ਇਹ ਕਿਤੇ, ਕਿਉਂਕਿ ਉੱਤਰ ਪ੍ਰਦੇਸ਼ ਬਹੁਤ ਵੱਡਾ ਸੂਬਾ ਤੇ ਜਿਹਦਾ 22 ਦੇ ਵਿੱਚ ਕਬਜ਼ਾ ਹੁੰਦਾ ਉੱਤਰ ਪ੍ਰਦੇਸ਼ ਦੇ ਵਿੱਚ, ਉਹ 24 ਦੇ ਵਿੱਚ ਉਹਦੀ ਕਾਰਗੁਜ਼ਾਰੀ ਜਿਹੜੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਭ ਨੂੰ ਪਤਾ ਹੈ ਕਿ ਕਿਸ ਕਿਸਮ ਦੀ ਹੋਊਗੀ। ਜਦੋਂ ਸਰਕਾਰ ਹੁੰਦੀ ਆ ਫਿਰ ਜਿਹੜੀ ਉਹ ਕਹਾਣੀ ਹੋਰ ਕਿਸਮ ਦੀ ਹੁੰਦੀ ਆ, ਮਤਲਬ ਕਿ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਵੀ ਉੱਥੋਂ ਆਉਂਦੀਆਂ ਨੇ ਤੇ ਫਿਰ ਇਹ ਗੱਠਜੋੜ ਜਿਹੜਾ ਉਹ ਮਜ਼ਬੂਤ ਹੋ ਸਕਦਾ ਜੇ ਅਖਿਲੇਸ਼ ਯਾਦਵ ਹੋਰੀ ਵੀ ਉੱਪਰ ਪੈਂਦੇ ਨੇ। ਕਿਉਂਕਿ ਇੱਕ ਗੱਲ ਤਾਂ ਨਹੀਂ ਭੁੱਲਣੀ ਚਾਹੀਦੀ ਕਿ ਉਹਨਾਂ ਦੇ ਪਿਤਾ ਜਿਹੜੇ ਨੇ, ਕਿਸੇ ਸਮੇਂ ਇਹ ਗੱਲ ਚੱਲਦੀ ਸੀ ਕਿ ਉਹ ਵੀ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਹੋ ਸਕਦੇ ਨੇ, ਨਹੀਂ ਬਣ ਸਕੇ ਮੁਲਾਇਮ ਸਿੰਘ ਯਾਦਵ ਹੋਰੀ, ਉਹ ਵੱਖਰੀ ਗੱਲ ਹੈ, ਪਰ ਉਹਨਾਂ ਦੀ ਗਿਣਤੀ ਤਾਂ ਉੱਧਰ ਹੁੰਦੀ ਰਹੀ ਉਹਨਾਂ ਕੈਂਡੀਡੇਟ ਦੇ ਵਿੱਚ ਕਿ ਉਹਨਾਂ ਦਾ ਵੀ ਨੰਬਰ ਕਿਸੇ ਸਮੇਂ ਲੱਗ ਸਕਦਾ, ਨਹੀਂ ਲੱਗ ਸਕਿਆ। ਤਾਂ ਇਹ ਸੰਘ ਪਰਿਵਾਰ ਦੀ ਇੱਕ ਸਟ੍ਰੈਟਜੀ ਹੋ ਸਕਦੀ ਹੈ ਕਿ ਹਾਲ ਦੀ ਘੜੀ ਜਿਹੜੀਆਂ ਉੱਥੇ ਲੜਨ ਵਾਲੀਆਂ ਪਾਰਟੀਆਂ ਨੇ ਉਹਨਾਂ ਨੂੰ ਇਹ ਕਹਿ ਕੇ ਡਾਊਨ ਕਰ ਦਿੱਤਾ ਜਾਵੇ ਵੀ ਪ੍ਰਧਾਨ ਮੰਤਰੀ ਹੋਰਾਂ ਨੇ ਨਹੀਂ ਆਉਣਾ ਉੱਥੇ, ਕਿਉਂਕਿ ਅਜੇ ਵੀ ਭਾਰਤੀ ਜਨਤਾ ਪਾਰਟੀ ਦੇ ਕੋਲੇ ਜਿੱਥੇ ਜਿੱਥੇ ਉਹਨੇ ਚੋਣਾਂ ਲੜਨੀਆਂ ਨੇ ਉਹਦੇ ਕੋਲੇ ਇੱਕ ਵਿਅਕਤੀ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਹੈਗਾ, ਔਰ ਇਹ ਪਰਸਨੈਲਿਟੀ ਬੇਸਡ ਜਿਹੜੀ ਰਾਜਨੀਤੀ ਆ ਉਹਦਾ ਪਾਰਟ ਹੈ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਸੰਘ ਪਰਿਵਾਰ ਨੂੰ ਇਹ ਲੱਗਦਾ ਕਿ 24 ਤੱਕ ਜਾਂਦਿਆਂ ਇੱਕ ਤਾਂ ਜਿਹੜੀ ਆ ਉਹ ਪਰਸਨੈਲਿਟੀ ਬਚਾ ਕੇ ਰੱਖੀ ਜਾਵੇ ਨਰਿੰਦਰ ਮੋਦੀ ਹੋਰਾਂ ਵਾਲੀ, ਵੀ ਉਹ ਢਾਹ ਤਾਂ ਲੱਗੀ ਆ ਪੱਛਮੀ ਬੰਗਾਲ ਦੇ ਵਿੱਚ, ਵੀ ਜੇ ਉੱਤਰ ਪ੍ਰਦੇਸ਼ ਦੀ ਚੋਣ ਵੀ ਅਸੀਂ ਹਾਰ ਗਏ ਉੱਥੋਂ ਤੇ ਫਿਰ ਇਹ ਢਾਹ ਮੋਦੀ ਹੋਰਾਂ ਦੀ ਪਰਸਨੈਲਿਟੀ ਨੂੰ ਨਾ ਲੱਗੇ, ਤੇ ਜੇ ਉਦੋਂ ਤੱਕ ਤਿਆਰ ਨਾ ਹੋਏ ਯੋਗੀ ਹੋਰੀ ਤੇ ਫਿਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਚੋਣਾਂ ਕਿਵੇਂ ਲੜੀਆਂ ਜਾਣਗੀਆਂ। ਇਹ ਵੀ ਇੱਕ ਸਟ੍ਰੈਟਜੀ ਉਹਨਾਂ ਦੀ ਹੋ ਸਕਦੀ ਆ। ਇਹ ਵੀ ਹੋ ਸਕਦਾ ਕਿ ਜਿਵੇਂ ਪਰਸਨੈਲਿਟੀ ਬੇਸਡ ਹੈ, ਜਿਵੇਂ ਪੰਜਾਬ ਦੇ ਵਿੱਚ ਇਹ ਕੀਤਾ ਜਾ ਰਿਹਾ ਜੀ ਕਿ ਉਹਨਾਂ ਨੇ ਸਾਰਾ ਕੁਝ ਕਰਾਇਆ ਸੀ, ਉਹਨਾਂ ਦੇ ਨਾਂ ਤੇ ਚੋਣਾਂ ਲੜੀਆਂ ਸੀ, ਹੁਣ ਅਸੀਂ ਕੀ ਕਰੀਏ, ਉਹ ਤਾਂ ਕੁਝ ਨਹੀਂ ਕਰ ਸਕੇ। ਫਿਰ ਇਹ ਵੀ ਕੀਤਾ ਜਾ ਸਕਦਾ ਕਿ ਅਸੀਂ ਤਾਂ ਉਹਨਾਂ ਨੂੰ ਲਿਆਂਦਾ ਸੀ ਮੋਦੀ ਹੋਰਾਂ ਨੂੰ, ਉਹ ਨਹੀਂ ਸਫਲ ਹੋ ਸਕੇ, ਉਹਨਾਂ ਤੋਂ ਨਹੀਂ ਚੱਲਿਆ, ਫਿਰ ਜਿਹੜਾ ਬਦਲਾਅ ਆ ਉਹ ਸੈਂਟਰ ਦੇ ਵਿੱਚ ਕੀਤਾ ਜਾ ਸਕੇ। ਇਹ ਵੀ ਇੱਕ ਸਟ੍ਰੈਟਜੀ ਦਾ ਪਾਰਟ ਜਿਹੜਾ ਉਹ ਹੋ ਸਕਦਾ ਹੈ। ਇਹ ਸਟ੍ਰੈਟਜੀ ਐਡਾ ਸੌਖਾ ਨਹੀਂ ਗਾ, ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਸੰਘ ਪਰਿਵਾਰ ਹੈ ਉਹ ਯੋਗੀ ਹੋਰਾਂ ਨੂੰ ਉਭਾਰਨਾ ਚਾਹੁੰਦਾ ਕਿ 24 ਤੱਕ ਘੱਟੋ ਘੱਟ ਜਿਹੜੀ 24 ਵਾਲੀ ਚੋਣ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਲੜ ਕੇ ਮੁੜ ਕੇ ਯੋਗੀ ਹੋਰਾਂ ਨੂੰ ਉਭਾਰਿਆ ਜਾਵੇ। ਯੋਗੀ ਹੋਰੀ ਆਰਐਸਐਸ ਤੋਂ ਨਹੀਂ ਆਉਂਦੇ, ਯੋਗੀ ਜਿਹੜਾ ਉਹ ਮੱਠ ਦੇ ਵਿੱਚੋਂ ਆਉਂਦਾ ਇੱਕ ਚੋਂ, ਤਾਂ ਉਹ ਜਿਵੇਂ ਜਿਹੜੇ ਆਰਐਸਐਸ ਦੇ ਵਿੱਚੋਂ ਆਏ ਹੋਏ ਲੋਕ ਨੇ ਉਹਨਾਂ ਨੂੰ ਹੀ ਤਕਰੀਬਨ ਬਹੁਤੀ ਵਾਰੀ ਮੋਹਰੇ ਕੀਤਾ ਜਾਂਦਾ। ਪਰ ਉੱਤਰ ਪ੍ਰਦੇਸ਼ ਦੀ ਜਿਹੜੀ ਸਟ੍ਰੈਟਜੀ ਆ ਉਹ ਥੋੜੀ ਡਿਫਰੈਂਟ ਜਿਹੜੀ ਉਹ ਲੱਗ ਰਹੀ ਆ ਆਰਐਸਐਸ ਦੀ। ਉੱਤਰ ਪ੍ਰਦੇਸ਼ ਦੀ ਜਿਹੜੀ ਚੋਣ ਆ ਉਹ ਬੜੀ ਇੰਟਰਸਟਿੰਗਲੀ ਵੇਖਣ ਵਾਲੀ ਹੋਊਗੀ। ਇਹਦੇ 'ਚੋਂ ਇਹ ਵੀ ਕਿਹਾ ਜਾ ਸਕਦਾ ਹੈ, ਜਿਹੜੇ ਮਾਹਰ ਨੇ, ਜਿਹੜੇ ਚੀਰ ਫਾੜ ਕਰਨ ਵਾਲੇ ਨੇ, ਜਿਹੜੇ ਨਬਜ਼ ਜਾਣਦੇ ਨੇ ਸਿਆਸਤ ਦੀ, ਉਹ ਇਹ ਵੀ ਕਹਿੰਦੇ ਆ ਕਿ ਇਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਜਾਂ ਸੰਘ ਪਰਿਵਾਰ ਨੂੰ ਇਹ ਲੱਗਦਾ ਕਿ ਉੱਤਰ ਪ੍ਰਦੇਸ਼ ਦੀ ਚੋਣ ਹੁਣ ਸਾਡੇ ਤੋਂ ਜਿੱਤੀ ਨਹੀਂ ਜਾਣੀ, ਇਸ ਕਰਕੇ ਕਾਹਦੇ ਲਈ ਰਿਸਕ ਲੈਣਾ ਉੱਥੇ, ਤੇ ਇੱਕ ਜਿਹੜੀ ਉਹਨਾਂ ਦੀ ਛਵੀ ਹੋਰ ਖਰਾਬ ਹੋਊਗੀ ਪ੍ਰਧਾਨ ਮੰਤਰੀ ਹੋਰਾਂ ਦੀ। ਇਹਨੂੰ ਇਸ ਰੂਪ ਦੇ ਵਿੱਚ ਵੀ ਲਿਆ ਜਾ ਸਕਦਾ ਕਿ ਉਹਨਾਂ ਨੇ ਹਾਰ ਮੰਨ ਲਈ ਹੈ ਸਮੇਂ ਤੋਂ ਪਹਿਲਾਂ। ਰਾਕੇਸ਼ ਟਕੈਤ ਹੋਰੀ ਜਿਹੜੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੂੰ ਮਿਲੇ ਨੇ, ਹੋ ਸਕਦਾ ਕਿ ਇਹ ਲੱਗਦਾ ਹੋਵੇ ਕਿਸੇ ਨੂੰ ਕਿ ਇਹ ਈਜ਼ੀ ਜੀ ਗੱਲ ਹੈ, ਉਹਨਾਂ ਨੂੰ ਮਿਲਣਾ ਕਿਹੜੀ ਏਡੀ ਵੱਡੀ ਗੱਲ ਹੈ ਵੀ ਉਹ ਨਹੀਂ ਮਿਲੇ, ਕਿਉਂਕਿ ਰਾਕੇਸ਼ ਟਕੈਤ ਹੋਰੀ ਉਹਨਾਂ ਕਿਸਾਨ ਆਗੂਆਂ ਦੇ ਵਿੱਚੋਂ ਇੱਕ ਸਨ ਜਿਹੜੇ ਪੱਛਮੀ ਬੰਗਾਲ ਦੇ ਵਿੱਚ ਗਏ ਸਨ ਚੋਣਾਂ ਦੇ ਦੌਰਾਨ ਲੋਕਾਂ ਨੂੰ ਇਹ ਕਹਿਣ ਦੇ ਵਾਸਤੇ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਓ। ਉਹਨੇ ਕਿੰਨਾ ਅਸਰ ਕੀਤਾ ਇਹਦੇ ਉੱਤੇ ਬਹਿਸ ਹੋ ਸਕਦੀ ਹੈ, ਇੰਨਾ ਨਹੀਂ ਪਰ ਕੀਤਾ ਉਹਨੇ ਅਸਰ, ਬਹੁਤ ਵੱਡਾ ਉਹਨੇ ਅਸਰ ਛੱਡਿਆ। ਟਕੈਤ ਸਾਹਿਬ ਦਾ ਉੱਥੇ ਪੱਛਮੀ ਬੰਗਾਲ ਦੇ ਵਿੱਚ ਜਾਣਾ ਤੇ ਮਮਤਾ ਬੈਨਰਜੀ ਹੋਰਾਂ ਨੂੰ ਮਿਲਣਾ ਕਿਤੇ ਨਾ ਕਿਤੇ ਇਹ ਸੰਕੇਤ ਹੋ ਸਕਦਾ ਹੈ, ਕਿਉਂਕਿ ਟਕੈਤ ਜਿਹੜੇ ਭਰਾ ਨੇ ਉਹਨਾਂ ਦਾ ਬਹੁਤ ਵੱਡਾ ਹੋਲਡ ਹੈ ਉੱਤਰ ਪ੍ਰਦੇਸ਼ ਦੇ ਉੱਤਰੀ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ। ਔਰ ਜਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਸ਼ੁਰੂ ਹੋਈਆਂ ਸੀਗੀਆਂ ਤਾਂ ਸਭ ਤੋਂ ਪਹਿਲਾਂ ਉੱਥੇ ਜਾ ਕੇ ਜਿਹੜਾ ਐਲਾਨ ਕੀਤਾ ਸੀਗਾ ਉਹਨਾਂ ਨੂੰ ਹਮਾਇਤ ਦਾ, ਉਹ ਅਖਿਲੇਸ਼ ਯਾਦਵ ਹੋਰਾਂ ਨੇ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਹਮਾਇਤ ਉੱਥੇ ਕਰਦੇ ਹਾਂ, ਅਸੀਂ ਆਪਣੇ ਬੰਦੇ ਨਹੀਂ ਖੜੇ ਕਰਾਂਗੇ। ਤੇ ਇਹ ਜਿਹੜਾ ਰਾਕੇਸ਼ ਟਕੈਤ ਹੋਰਾਂ ਦਾ ਮਿਲਣਾ
ਕਿਤੇ ਨਾ ਕਿਤੇ ਇਹ 2022 ਦੀਆਂ ਚੋਣਾਂ ਦੀ ਇੱਕ ਸਟ੍ਰੈਟਜੀ ਹੋਰ ਹੋ ਸਕਦੀ ਹੈ, ਨਵੀਂ ਜਿਹੜੀ ਨਿਕਲ ਰਹੀ ਹੈ, ਕਿ ਟਕੈਤ ਜਿਹੜੇ ਭਰਾ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ। ਜੇ ਉਹ ਪਾਰਟਿਸਿਪੇਟ ਕਰਦੇ ਆ ਤੇ ਉਹ ਇਹ ਵੀ ਹੋ ਸਕਦਾ ਕਿ ਉਹ ਸਮਾਜਵਾਦੀ ਪਾਰਟੀ ਦੀ ਮਦਦ ਕਰਨ, ਸਮਾਜਵਾਦੀ ਪਾਰਟੀ ਉਹਨਾਂ ਨੂੰ ਕੁਝ ਸੀਟਾਂ ਛੱਡੇ, ਕਿਉਂਕਿ ਕਿਸਾਨਾਂ ਦਾ ਬਹੁਤ ਵੱਡਾ ਰੋਲ ਰਹੂਗਾ ਸੂਬਿਆਂ ਦੀਆਂ ਚੋਣਾਂ ਦੇ ਵਿੱਚ ਵੀ ਤੇ 2024 ਦੀਆਂ ਚੋਣਾਂ ਦੇ ਵਿੱਚ ਵੀ। ਚਾਹੇ ਇਹ ਕਿਸਾਨ ਅੰਦੋਲਨ ਦਾ, ਕਿਸਾਨ ਦੇ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦਾ ਕੁਝ ਵੀ ਅਸਰ ਜਿਹੜਾ ਉਹ ਨਿਕਲੇ, ਕਦੋਂ ਵੀ ਕੁਝ ਵੀ ਜਿਹੜਾ ਉਹ ਹੋਵੇ, ਭਾਰਤ ਦੀ ਰਾਜਨੀਤੀ ਦੇ ਉੱਤੇ ਇਹਦਾ ਅਸਰ ਮੰਨਫੀ ਕੀਤਾ ਹੀ ਨਹੀਂ ਜਾ ਸਕੂਗਾ। ਚਾਹੇ ਉਹ ਸੂਬਿਆਂ ਦੀਆਂ ਚੋਣਾਂ ਹੋਣ, ਚਾਹੇ ਉਹ ਕੇਂਦਰ ਦੀ ਜਿਹੜੀ ਲੋਕ ਸਭਾ ਦੀ ਚੋਣ ਹੋਵੇ, ਉਹਦੇ ਵਿੱਚ ਇਹ ਅਸਰ ਜ਼ਰੂਰ ਵੇਖਣ ਨੂੰ ਮਿਲੂਗਾ। ਇਸ ਤਰ੍ਹਾਂ ਦੇ ਕੁਝ ਜਿਹੜੇ ਉਹ ਗੱਠਜੋੜ ਵੀ ਸਾਹਮਣੇ ਆਉਣਗੇ। ਆਈ ਥਿੰਕ ਹੋਣਾ ਚਾਹੀਦਾ, ਕਿਸਾਨਾਂ ਦਾ ਘੱਟੋ ਘੱਟ ਜ਼ਰੂਰ ਹੋਣਾ ਜਿਹੜਾ ਚਾਹੀਦਾ। ਹੁਣ ਤੱਕ ਕਿਸਾਨ ਵਰਤੇ ਹੀ ਜਾਂਦੇ ਰਹੇ ਔਰ ਉਹਨਾਂ ਨੂੰ ਜਿਹੜੀ ਇਹ ਸਿਆਸਤ ਸਿੱਖਣੀ ਪਊਗੀ ਥੋੜ੍ਹੀ ਬਹੁਤੀ, ਕਿ ਜੇ ਉਹਨਾਂ ਨੇ ਪਾਲਿਸੀਜ਼ ਜਿਹੜੀਆਂ ਜਿਸ ਕਿਸਮ ਦੀਆਂ ਪਿਛਲੇ ਸਮੇਂ 'ਚ ਆਉਂਦੀਆਂ ਰਹੀਆਂ ਉਹਨਾਂ ਨੂੰ ਬਦਲਵਾਉਣਾ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕੁਝ ਜਿਹੜਾ ਰੋਲ ਆ ਉਹਦੇ ਕੁਝ ਆਗੂਆਂ ਦਾ, ਉਹ ਮੈਂ ਨਹੀਂ ਇਹ ਕਹਿੰਦਾ ਕਿ ਉਹ ਪਾਰਟੀ ਬਣਾ ਲੈਣ, ਉਹ ਚੋਣਾਂ ਲੜ ਲੈਣ, ਪਰ ਕਿਤੇ ਨਾ ਕਿਤੇ ਆਪਣੇ ਜਿਹੜੇ ਇਹ ਮੁੱਦੇ ਨੇ ਕੰਟੀਨਿਊਜ਼ ਸਾਹਮਣੇ ਰੱਖਣੇ ਪੈਣਗੇ, ਚਾਹੇ ਉਹ ਸੂਬਿਆਂ ਦੀਆਂ ਚੋਣਾਂ ਹੋਣ ਤੇ ਚਾਹੇ ਉਹ ਸੈਂਟਰ ਵਾਲੀਆਂ ਚੋਣਾਂ ਹੋਣ। ਉਹਦੇ ਦੌਰਾਨ ਵੀ ਸਾਡੇ ਮੁੱਦੇ ਆ ਨੇ, ਸਾਡਾ ਕਿਸਾਨ ਇਸ ਤਰੀਕੇ ਦੇ ਨਾਲ ਜਿਹੜਾ ਉਹ ਮਾਰਿਆ ਗਿਆ। ਸੋ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਇਹ ਨਵੇਂ ਜਿਹੜੇ ਗੱਠਜੋੜ ਆ ਰਹੇ ਨੇ, ਉਹਦੇ ਲਈ ਆਪਾਂ ਅੱਗੋਂ ਵੀ ਅਪਡੇਟ ਜਿਹੜੀ ਉਹ ਕਰਦੇ ਰਹਾਂਗੇ ਔਰ ਗੱਲਬਾਤ ਇਹਦੇ ਉੱਤੇ ਕਰਦੇ ਰਹਾਂਗੇ, ਕਿਉਂਕਿ ਇਹ ਜਾਣਨਾ ਬੜਾ ਜ਼ਰੂਰੀ ਆ ਕਿ ਜਿਹੜੀ ਭਾਰਤ ਦੀ ਰਾਜਨੀਤੀ ਆ ਉਹ ਸਾਡੀਆਂ ਸੀਟਾਂ ਇੱਥੋਂ 13 ਨੇ, 10 ਹਰਿਆਣੇ ਦੀਆਂ ਨੇ, ਜੇ ਦੋਨੋਂ ਮਿਲਾ ਲੀਆਂ ਜਾਣ, ਜਿਵੇਂ ਕਿਸਾਨ ਇੱਕ ਨੇ ਤੇ 23 ਬਣ ਜਾਂਦੀਆਂ ਨੇ, ਇਹ ਵੀ ਇੱਕ ਵੱਡੀਆਂ ਫਿਰ ਕਾਫੀ ਜ਼ਿਆਦਾ ਜਿਹੜੀਆਂ ਉਹ ਸੀਟਾਂ ਹੋ ਜਾਂਦੀਆਂ ਨੇ। ਪਰ 80 ਸੀਟਾਂ ਵਾਲੇ ਸੂਬੇ ਦੀ ਜਿਹੜੀ ਚੋਣ ਹੈ ਉਹ ਬੜੀ ਅਹਿਮ ਹੈ ਔਰ ਉੱਥੇ ਕੀ ਕੁਝ ਜਿਹੜਾ ਹੁੰਦਾ ਇਹਦੀ ਗੱਲਬਾਤ ਅੱਗੋਂ ਵੀ ਆਪਾਂ ਜਾਰੀ ਰੱਖਾਂਗੇ ਔਰ ਉਮੀਦ ਹੈ ਕਿ ਜਿਹੜੀ ਇਹ ਗੱਲਬਾਤ ਕੀਤੀ ਜਾਂਦੀ ਹੈ ਤੁਸੀਂ ਉਹਨੂੰ ਪਸੰਦ ਕਰਦੇ ਹੋਵੋਗੇ। ਤੁਸੀਂ ਆਪਣੇ ਕਮੈਂਟ ਦੇ ਰੂਪ ਦੇ ਵਿੱਚ ਜਿਹੜਾ ਦੱਸ ਸਕਦੇ ਹੋ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਅੱਗੋਂ ਸੁਨੇਹਾ ਜਿਹੜਾ ਦੇ ਕੇ ਧੰਨਵਾਦੀ ਵੀ ਬਣਾ ਸਕਦੇ ਹੋ। ਸਤਿ ਸ਼੍ਰੀ ਅਕਾਲ।